बिस्मिल्लाहिर्रहमानिर्रहीम। मैं मोहम्मद सरफराज जी इस वेले बेदियां रोड लाहौर मुस्तफा अलवी साहब दे कोल बैठा जी। मुस्तफा अलवी साहब दा अपना चैनल आ। मुस्तफा साहब किहड़े नाम ते? जी अलवी एग्रीकल्चर फार्म। अलवी एग्रीकल्चर फार्म के नाम से जी यूट्यूब के उत्ते इन्हां दा बहुत अच्छा है और दर्द दिल रखने वाले आ। इस वेले मैं आया जी इन्हां दे कोल ਇਹ ਜਿਹੜੀਆਂ ਮੁਰਗੀਆਂ ਹਨ ਇਹਨਾਂ ਨੂੰ ਕਿਹੜੀਆਂ ਮੁਰਗੀਆਂ ਕਹਿੰਦੇ ਜੀ? ਜੀ ਬਲੈਕ ਐਸਟਰਾ ਲੌਬ। ਬਲੈਕ ਐਸਟਰਾ ਲੌਬ। ਲੌਬ ਇਹਨਾਂ ਨੇ ਇਹ ਕੰਮ ਸ਼ੁਰੂ ਕੀਤਾ। ਇਹਦੇ ਬਾਰੇ ਬੜੀ ਇਨਫੋਰਮੇਸ਼ਨ ਹਾਸਲ ਕੀਤੀ ਔਰ ਅੱਛਾ ਕਾਰੋਬਾਰ ਇਹਦੇ ਵਾਸਤੇ। ਸਲਾਮ ਅਲੈਕਮ ਜਨਾਬ। ਜੀ ਵਾਲੇਕੁਮ अस्सलाम। ਪਹਿਲਾਂ ਤਾਂ ਜੀ ਤੁਸੀਂ ਇਹਨਾਂ ਮੁਖਤਸਰ ਲਫ਼ਜ਼ਾਂ ਦੇ ਵਿੱਚ ਇਹਨਾਂ ਦਾ ਤਾਰਫ ਕਰਾਓ। ਜੀ ਸਰ ਇਹ ਜਿਹੜੇ ਤੁਹਾਨੂੰ ਚਿਕਸ ਨਜ਼ਰ ਆ ਰਹੇ ਆ ਇਹ ਹੈ ਬਲੈਕ ਐਸਟਰਾ ਲੌਬ ਔਰ ਇੱਕ ਚੀਜ਼ ਹੈ RIR। ਹਾਂਜੀ ਠੀਕ ਹੈ ਜੀ। ਇਸ ਟਾਈਮ ਮੇਰੇ ਕੋਲ ਜਿਹੜੇ ਮੌਜੂਦ ਹੈਗੇ ਆ ਉਹ ਬਲੈਕ ਐਸਟਰਾ ਲੌਬ ਹੈਗੇ ਆ ਜੀ। ਇਹ ਜੀ ਸਾਲਾਨਾ ਜਿਹੜੀ ਇਹਨਾਂ ਦੀ ਆਂਡਿਆਂ ਦੀ ਔਸਤ ਹੈਗੀ ਆ ਉਹ 320 ਹੈ। ਅੱਛਾ ਠੀਕ ਹੈ 320 320 ਹੈ। ਅੱਛਾ ਠੀਕ ਹੋ ਗਿਆ। ਅਗਰ ਹਾਂਜੀ। ਸਾਲ 'ਚ 365 ਦੇਣਾ ਹੈ ਤੇ ਇਹ 320 ਆਂਡੇ ਦਿੰਦੀ ਹੈ। ਹਾਂਜੀ ਠੀਕ। ਜੀ। ਔਰ ਇਸ ਤੋਂ ਇਲਾਵਾ ਜੀ ਇੱਕ ਨਸਲ ਹੈ ਜੀ RIR ਰੌਡ ਆਈਸਲੈਂਡ ਰੈਡ। ਅੱਛਾ ਜੀ। ਠੀਕ ਹੈ। ਰੌਡ ਆਈਸਲੈਂਡ ਰੈਡ ਜਿਹੜੀ ਹੈ ਜੀ ਉਹ ਵੀ 300 ਆਂਡੇ ਦਿੰਦੀ ਹੈ ਸਾਲਾਨਾ। ਜੀ। ਠੀਕ। ਇਹਦੀ ਜੀ ਮੇਨ ਚੀਜ਼ ਜਿਹੜੀ ਹੈ ਨਾ ਇਹ ਆਂਡਿਆਂ ਤੋਂ ਇਲਾਵਾ ਮੁਰਗੀ ਜਿਹੜੀ ਤੁਹਾਡੇ ਕੋਲ ਇੱਕ ਦਿਨ ਦਾ ਜਿਹੜਾ ਬੱਚਾ ਹੈਗਾ ਜੀ 120 ਦਾ ਪਰਚੇਜ਼ ਹੁੰਦਾ ਜੀ। ਠੀਕ ਹੈ। ਮੈਂ ਹੈਚਰੀ ਲਈ ਲੇਕਿਨ ਆਉਣ ਵਾਲੇ ਟਾਈਮ ਦੇ ਵਿੱਚ ਇਨਸ਼ਾਅੱਲਾ ਕੋਈ 6-7 ਮਹੀਨੇ ਬਾਅਦ ਮੈਂ ਉਹ ਤੁਸੀਂ ਜੋ ਮਰਜ਼ੀ ਕਰੋ ਜੀ, ਸਾਨੂੰ ਸਿਰਫ ਇਹਨਾਂ ਦੀ ਇਨਫੋਰਮੇਸ਼ਨ ਦਿਓ ਕਿ 120 ਰੁਪਏ ਦਾ ਤੁਸੀਂ ਖਰੀਦਦੇ ਆ। ਅੱਛਾ 120 ਰੁਪਏ ਦਾ ਅਸੀਂ ਖਰੀਦਦੇ ਹਾਂ ਜੀ। ਹਾਂਜੀ। ਠੀਕ ਹੈ। ਔਰ ਇਹ 3 ਤੋਂ 4 ਹਫ਼ਤੇ ਬਾਅਦ ਇਹਦੀ ਪ੍ਰਾਈਸ ਜਿਹੜੀ ਹੈ 500 ਇੱਕ ਬੱਚੇ ਦੀ ਹੋ ਜਾਂਦੀ ਹੈ। 500 ਦਾ ਹੋ ਜਾਂਦਾ ਜੀ। ਹਾਂਜੀ। ਔਰ ਇਹਦਾ ਵਜ਼ਨ ਜੀ ਜਿਹੜਾ ਹੈ ਉਹ ਮਾਸ਼ਾਅੱਲਾ ਜੀ 480 ਗ੍ਰਾਮ 500 ਗ੍ਰਾਮ ਯਾਨੀ ਅੱਧਾ ਕਿਲੋ ਦਾ। ਅੱਧਾ ਕਿਲੋ ਕਿੰਨੇ ਚਿਰ ਚ ਹੋ ਜਾਂਦਾ ਜੀ ਠੀਕ ਆਪਣਾ 35 ਤੋਂ 40 ਦਿਨ। 35-40 ਦਿਨਾਂ ਜੀ। ਮਾਸ਼ਾਅੱਲਾ ਜੀ। ਅੱਛਾ ਜੀ। ਇਹ ਬਰੀਡ ਜੀ ਗੋਸ਼ਤ ਦੇ ਲਿਹਾਜ਼ ਨਾਲ ਵੀ ਬਹੁਤ ਅੱਛੀ ਹੈ ਹਾਂਜੀ। ਔਰ ਅੰਡੇ ਦੇ ਲਿਹਾਜ਼ ਨਾਲ ਵੀ ਬਹੁਤ ਅੱਛੀ ਹੈ। ਜੀ। ਠੀਕ ਹੋ ਗਿਆ। ਔਰ ਇਹਦੀ ਮਾਸ਼ਾਅੱਲਾ ਡਿਮਾਂਡ ਹੈ ਜੀ। ਬਹੁਤ ਜ਼ਿਆਦਾ ਡਿਮਾਂਡ ਹੈ। ਔਰ ਬੇਸਿਕਲੀ ਇਹ ਜਿਹੜੀ ਬਰੀਡ ਹੈ ਇਹ ਆਜ਼ਾਦ ਕਸ਼ਮੀਰ ਆਈ ਸੀ ਲੋਕਾਂ ਕੋਲ। ਅੱਛਾ ਜੀ। ਉਹ ਆਜ਼ਾਦ ਕਸ਼ਮੀਰ ਜਦੋਂ 2005 ਦਾ ਜ਼ਲਜ਼ਲਾ ਆਇਆ। ਹਾਂਜੀ। ਠੀਕ ਹੈ। ਇਹ ਉਦੋਂ ਆਸਟ੍ਰੇਲੀਅਨ ਬਰੀਡ ਹੈ ਹਾਂਜੀ। ਔਰ ਆਸਟ੍ਰੇਲੀਅਨ ਜਿਹੜੀਆਂ ਟਰਸਟ ਹੈਗੇ ਆ ਉਹਨਾਂ ਨੇ ਗਿਫਟ ਕੀਤੇ ਆਜ਼ਾਦ ਕਸ਼ਮੀਰ ਦੇ ਲੋਕਾਂ ਨੂੰ। ਅੱਛਾ ਜੀ। ਠੀਕ ਹੋ ਗਿਆ। ਹਾਂਜੀ। ਜਦੋਂ ਅਸੀਂ ਲੋਕ ਰਜ਼ਾਈਆਂ ਕੰਬਲ ਉਹਨਾਂ ਨੂੰ ਗਿਫਟ ਕਰ ਰਹੇ ਸੀਗੇ। ਹਾਂਜੀ। ਠੀਕ ਹੈ। ਅਮਦਾਦ ਦੇ ਰਹੇ ਸੀ ਉਹਨਾਂ ਲੋਕਾਂ ਨੇ ਉਹਨਾਂ ਨੂੰ ਫਾਈਨੈਂਸ਼ੀਅਲੀ ਤੌਰ ਤੇ ਬਲੈਕ ਐਸਟਰਾ ਲੌਬ ਔਰ ਅਮਰੀਕਾ ਨੇ ਉਹਨਾਂ ਨੂੰ RIR ਗਿਫਟ ਕੀਤੇ। ਅੱਛਾ ਇਹ ਪਹਿਲਾਂ ਜਿਹੜਾ ਬਲੈਕ ਆਸਟਰਾ ਲੋਪ ਹੈ ਇਹਦੀਆਂ ਖਸੂਸੀਅਤ ਦੱਸੋ ਤੁਸੀਂ। ਸਰ ਇਹਦੀਆਂ ਖਸੂਸੀਅਤ ਮੇਨ ਚੀਜ਼ ਤੇ ਇਹ ਹੈ ਕਿ ਜੀ ਇਹਦੀ ਮੁਰਗੀ ਜਿਹੜੀ ਹੈ ਮਾਸ਼ਾਅੱਲਾ 400 kg ਇਹਦਾ ਵਜ਼ਨ ਹੋ ਜਾਂਦਾ। 400 ਉਹ ਸੌਰੀ 4 kg ਵਜ਼ਨ ਹੋ ਜਾਂਦਾ। ਹਾਂਜੀ 4 ਕਿਲੋ ਹੋ ਜਾਂਦਾ। 4 ਕਿਲੋ ਵਜ਼ਨ ਹੋ ਜਾਂਦਾ। ਔਰ ਇਹਦਾ ਜਿਹੜਾ ਮੁਰਗਾ ਹੈ ਜੀ ਉਹ 6 ਕਿਲੋ ਦਾ ਵੀ ਹੋ ਜਾਂਦਾ ਲੇਕਿਨ ਜਿਹੜਾ ਨਾ ਮੈਕਸਿਮਮ ਐਵਰੇਜ ਜਿਹੜੀ ਆ ਰਹੀ ਹੈ ਉਹ 5.5 ਕਿਲੋ 5 ਕਿਲੋ ਉਹਦਾ ਵਜ਼ਨ ਹੈ। ਲੇਕਿਨ ਮੁਰਗੀ ਨੂੰ ਤੁਸੀਂ 2.5 ਤੋਂ ਉੱਤੇ ਕਿੰਨੇ ਨਹੀਂ ਚਿਰ ਦੇ ਵਿੱਚ ਇਹ ਕਰ ਲੈਂਦਾ ਇਹ ਇੰਨਾ ਵਜ਼ਨ? ਇਹ ਜੀ ਆਪਣਾ 8 ਤੋਂ 7 ਮਹੀਨਿਆਂ 'ਚ 8 ਤੋਂ 7 ਮਹੀਨੇ ਦੇ ਵਿੱਚ ਇੰਨਾ ਵਜ਼ਨ ਕਰ ਲੈਂਦਾ। ਅਡਲਟ ਹੋ ਜਾਂਦਾ ਔਰ ਆਫਟਰ 5 ਮੰਥ ਕੇ ਬਾਅਦ ਇਹ ਜੀ ਅੰਡੇ ਦੇਣਾ ਸਟਾਰਟ ਕਰ ਦਿੰਦਾ। ਸਾਢੇ 5 ਮਹੀਨਿਆਂ ਜਾਂ 6 ਮਹੀਨਿਆਂ 'ਚ ਅੰਡੇ ਤੇ ਆ ਜਾਂਦਾ। ਹਾਂਜੀ। ਤੇ ਤੁਸੀਂ ਕਹਿੰਦੇ 2.5 ਕਿਲੋ ਤੋਂ ਜ਼ਿਆਦਾ ਨਹੀਂ ਮੁਰਗੀ ਹੋਣ ਦੇਣੀ, ਉਹ ਰੋਕਣੀ ਕਿੱਦਾਂ? ਉਹਨੂੰ ਉਹ ਜੀ ਭੁੱਖਿਆ ਤੁਸੀਂ ਸਿਰਕਾ ਉਹਨੂੰ ਪਾਣਾ ਪਾਣੀ ਦੇ ਵਿੱਚ 1 ਲੀਟਰ ਪਾਣੀ ਦੇ ਵਿੱਚ ਜਿਹੜਾ ਨਾ ਤੁਸੀਂ 4 ਚਮਚ ਜਿਹੜੇ ਵੱਡੇ ਚਾय ਵਾਲੇ ਉਹ ਸਿਰਕਾ ਇਸ ਯੂਜ਼ ਤਰ੍ਹਾਂ ਨਹੀਂ ਜੀ, ਇਸ ਤਰ੍ਹਾਂ ਚੱਲਦੇ ਆ। ਤੁਸੀਂ ਇਹ ਚੂਜ਼ੇ ਲੈ ਆਂਦੇ, ਇਹਦੀ ਖਸੂਸੀਅਤ ਦੱਸ ਦਿੱਤੀ, ਹਾਂਜੀ। ਆਂਡੇ ਦੱਸ ਦਿੱਤੇ 320 ਦਿੰਦੇ ਆ, ਵਜ਼ਨ ਇਹਦਾ ਦੱਸ ਦਿੱਤਾ ਤੁਸੀਂ ਕਿ ਕੁੱਕੜ ਜਿਹੜਾ 5 ਤੋਂ 6 ਕਿਲੋ ਦਾ ਹੋ ਜਾਂਦਾ ਹਾਂਜੀ। 6 ਮਹੀਨਿਆਂ ਦੇ ਵਿੱਚ। ਹਾਂਜੀ। ਹੁਣ ਇਹ ਤੁਸੀਂ ਇਹ ਚੂਜ਼ੇ ਜਿਹੜੇ ਲਿਆਂਦੇ ਆ ਕਿੰਨੇ ਦਿਨਾਂ ਦੇ ਸੀ? ਇਹ ਜੀ 3 ਦਿਨ ਦੇ। ਤੁਸੀਂ ਇੱਧਰ ਹੀ ਦੇਖਣਾ 3 ਦਿਨ ਦੇ ਸੀਗੇ। ਹਾਂਜੀ, 3 ਹੁਣ ਦਿਨ। ਇਹਨਾਂ ਨੂੰ ਕੀ ਕੀ ਪਾਣਾ? ਜਨਾਬ ਜਦੋਂ ਇਹ ਲੈ ਆਣੇ ਤੁਸੀਂ ਇਹਨਾਂ ਨੂੰ ਕਹਿੰਦੇ ਡੇ 올ਡ। ਅੱਛਾ ਜੀ। ਠੀਕ ਹੈ। ਜਦੋਂ ਆਂਡੇ 'ਚੋਂ ਬੱਚਾ ਨਿਕਲਦਾ ਹੈ ਇੱਕ ਦਿਨ ਦਾ ਹੋ ਗਿਆ, ਠੀਕ ਹੈ, day old ਕਹਿ ਉਹ ਦਿੱਤਾ। ਡੇ 올ਡ ਜੀ। ਠੀਕ ਹੈ। ਹਾਂਜੀ। ਔਰ 120 ਰੁਪਏ ਦਾ ਮਿਲਦਾ ਹੈ। ਹਾਂਜੀ। ਔਰ ਇਹਦੇ ਵਿੱਚ ਪਿਓਰ ਬਲੱਡ ਲਾਈਨ ਦਾ ਵੀ ਰੌਲਾ ਹੈਗਾ ਉਹ ਬਾਅਦ 'ਚ ਦੱਸਦੇ ਹਾਂ। ਅੱਛਾ ਜੀ। ਠੀਕ ਹੋ ਗਿਆ। ਦੱਸੀ ਜਾਓ ਜੀ, ਬਾਅਦ ਦੀ ਗੱਲ ਬਾਅਦ ਦੇ ਨਾਲ ਆ। ਅੱਛਾ ਚੱਲ ਮੈਂ ਜਨਾਬ ਆਪਣੇ ਕਿਸਾਨ ਵੀਰਾਂ ਨੂੰ ਸਾਰੇ ਪਾਕਿਸਤਾਨੀ ਦੋਸਤਾਂ ਨੂੰ ਇੱਕ ਚੀਜ਼ ਇਹਦੇ ਵਿੱਚ ਜੀ ਪਿਓਰ ਬਲੱਡ ਦਾ ਜਿਹੜਾ ਉਹ ਮੇਨ ਚੀਜ਼ ਹੈਗੀ ਹੈ ਕਿ 100% ਪਿਓਰ ਬਲੱਡ ਮੀਨ ਕਿ ਜਿਹੜਾ ਇਹਦਾ ਪੇਰੈਂਟਸ ਹੈ ਉਹ ਆਇਆ ਕਿ 100% ਪਿਓਰ ਬਲੱਡ ਲਾਈਨ ਕਿੱਦਾਂ ਹੁੰਦਾ ਹੈ ਕਿ ਇੰਪੋਰਟਡ ਬਲੱਡ ਕੀਤੇ ਗਏ ਆ। ਅਗਰ ਤੇ ਇੰਪੋਰਟਡ ਬਲੱਡ ਕੀਤੇ ਗਏ ਆ ਨਹੀਂ ਅਸੀਂ ਇੰਪੋਰਟਡ ਦੀ ਪਛਾਣ ਸਾਨੂੰ ਕੀ ਹੋਊਗੀ ਜੀ ਸਰ ਆਮ ਜ਼ਿਮੀਂਦਾਰ ਨੂੰ? ਇਹਦੀ ਤੁਹਾਨੂੰ ਜਦੋਂ ਚੂਜ਼ਾ ਤੁਸੀਂ ਪਿਕਚਰ ਵਗੈਰਾ ਵੀਡੀਓ ਬਣਾਓਗੇ ਇਹਦੀ ਜਿਹੜੀ ਅੱਗੋਂ ਜਿਹੜਾ ਨਾ ਚਿਹਰਾ ਹਾਂਜੀ। ਅੱਖਾਂ ਦੇ ਥੱਲੇ ਵਾਈਟ ਸਾਰਾ ਠੀਕ ਹੈ। ਇਹਦੇ ਪਰ ਵਾਈਟ ਹੁੰਦੇ ਸਟਾਰਟਿੰਗ ਦੇ ਵਿੱਚ ਜਿੱਦਾਂ ਤੁਹਾਨੂੰ ਨਜ਼ਰ ਆ ਰਹੇ ਹੈਗੇ ਆ। ਠੀਕ ਹੈ। ਔਰ ਜਿੱਦਾਂ ਇਹਦੇ ਇਹ ਏਜ ਜਿਹੜੀ ਇਹਦੀ ਜ਼ਿਆਦਾ ਹੋ ਜਾਂਦੀ ਹੈ ਔਰ ਸਾਰਾ ਕਲਰ ਇਹਦਾ ਬਲੈਕ ਹੋ ਜਾਂਦਾ।
ਔਰ ਬਲੂ ਬਲੈਕ ਇਹਦਾ ਕਲਰ ਹੋ ਜਾਂਦਾ, ਸ਼ੇਡ ਮਾਰਦਾ ਇਹਦਾ ਕਲਰ। ਮੁਰਗੀ ਇਹਦੀ ਜਿਹੜੀ ਹੈ ਨਾ ਜਦੋਂ ਯਾਨੀ ਕਿ ਫੁੱਲ ਜਵਾਨੀ ਤੇ ਆ ਜਾਂਦੀ ਹੈ, ਅੰਡਿਆਂ ਦੇ ਬਰੀਡਰ ਹੋ ਜਾਂਦੀ ਹੈ, ਔਰ ਉਹਦਾ ਜਿਹੜਾ ਕਲਰ ਜਿਹੜਾ ਉਹ ਬਲੈਕ ਸ਼ੇਡ ਦਿੰਦਾ। ਉਹ ਤਾਂ ਉਦੋਂ ਹੁੰਦਾ ਨਾ ਜਦੋਂ ਖਰੀਦਣਾ, ਉਦੋਂ ਸਾਨੂੰ ਕਿਦਾਂ ਪਤਾ ਉਦੋਂ ਜੀ ਲੱਗੂਗਾ? ਇਹਦਾ ਜੇ ਖਰੀਦਣਾ ਹੈ, ਇਹਦੇ ਕੰਨਾਂ ਦੇ ਥੱਲੇ ਚਿੱਟੇ ਵਾਲ, ਠੀਕ ਹੈ, ਇਹਦੀ ਹਿੱਕ ਚਿੱਟੇ ਵਾਲ, ਠੀਕ ਹੈ, ਔਰ ਇਹਦੇ ਪਰਾਂ ਦੇ ਵਿੱਚ ਚਿੱਟੇ ਪਾਰ ਹੋਣਗੇ, ਠੀਕ। ਔਰ ਇਹਦੇ ਨਾਖੂਨ ਜਿਹੜੇ ਸਭ ਤੋਂ ਵੱਡੀ ਗੱਲ ਉਹ ਬਿਲਕੁਲ ਵਾਈਟ ਹੋਣਗੇ, ਅੱਛਾ, ਠੀਕ ਹੈ, ਔਰ ਸਟਾਰਟਿੰਗ ਜਦੋਂ ਬੱਚਾ ਡੇ ਓਲਡ ਦਾ ਹੋਏਗਾ ਯੈਲੋ ਇਹਦੇ ਪੰਜੇ ਹੋਣਗੇ, ਠੀਕ ਹੈ, ਜਦੋਂ ਇਹ 1 ਹਫ਼ਤੇ ਦਾ ਹੋ ਜਾਏਗਾ ਬਲੈਕ ਕਰਲੀ ਇਹਦੇ ਹੋਣੇ ਸਟਾਰਟ ਹੋ ਜਾਣਗੇ, ਠੀਕ ਆ, ਠੀਕ ਹੈ। ਇਹਦੇ ਜਿਹੜੇ ਫਿੰਗਰ ਹੈ ਉਹਦੇ ਵਿੱਚ ਬਲੈਕ ਕਰਲੀ ਨਿਸ਼ਾਨ ਆਣੇ ਸ਼ੁਰੂ ਹੋਣਗੇ, ਚਿੱਟੀਆਂ ਡੱਬੀਆਂ ਤੇ ਕਾਲੀਆਂ ਡੱਬੀਆਂ, ਅੱਛਾ, ਠੀਕ ਹੈ। ਇਹਦੇ ਪੰਜਿਆਂ ਦੇ ਵਿਚਕਾਰ ਇਹ ਯਾਨੀ ਕਿ ਉਂਗਲ ਹੈ, ਇਹਦੀਆਂ ਉਂਗਲਾਂ ਦੇ ਵਿੱਚ ਵੀ ਬਲੈਕ ਕਰਲੀ ਨਿਸ਼ਾਨ, ਇਹਦੀਆਂ ਜਿਹੜਾ ਵਿਚਕਾਰਲਾ ਹਿੱਸਾ ਇਹਦੇ ਵਿੱਚ ਵੀ ਬਲੈਕ ਕਰਲੀ ਨਿਸ਼ਾਨ ਆ ਜਾਂਦੇ, ਠੀਕ, ਜਦੋਂ ਇਹ 2 ਹਫ਼ਤੇ ਦਾ ਹੋ ਜਾਏਗਾ। ਜਦੋਂ 2 ਹਫ਼ਤੇ ਦਾ ਹੋ ਜਾਏਗਾ, ਇਹ 2 ਹਫ਼ਤੇ ਬਾਅਦ ਦੀ ਗੱਲ ਆ। ਪਹਿਲੇ ਦਿਨ ਜਦੋਂ ਖਰੀਦਣਾ ਉਦਣ ਜੀ ਇਹਦਾ ਜਿਹੜੀ ਕੰਨਾਂ ਦੇ ਥੱਲੇ ਚਿੱਟੇ ਵਾਲ, ਇਹਦੀ ਹਿੱਕ ਦੇ ਥੱਲੇ ਸਾਰੇ ਚਿੱਟੇ ਵਾਲ, ਠੀਕ ਹੈ, ਇਹਦੀ ਦੁਮ ਜਿਹੜੀ ਹੈ ਪਿੱਛੋਂ ਨਿਕਲ ਰਹੀ ਉਹ ਚਿੱਟੀ, ਠੀਕ ਹੈ, ਔਰ ਇਹਦੇ ਜਿਹੜੇ ਨਾ ਪਰ ਜਿਹੜੇ ਆ ਉਹਦੇ ਵਿੱਚ ਜਿਹੜੇ ਚਿੱਟੇ ਪਰ ਨਿਕਲਣਗੇ, ਔਰ ਵਕਤ ਦੇ ਨਾਲ ਉਹ ਬਲੈਕ ਹੋ ਜਾਣੇ ਬਾਅਦ ਚ। ਜਿਹੜੇ ਸੀ ਕਲਾਸ ਆ ਜਾਂ 2 ਨੰਬਰ ਆ ਉਹਨਾਂ ਦੇ ਵਿੱਚ ਕੀ ਹੁੰਦਾ ਜੀ? ਸੀ ਕਲਾਸ ਦੀ ਮੁਰਾਦ ਹੈਗੀ ਹੈ ਕਿ ਜਿਹੜਾ 35 ਗ੍ਰਾਮ ਦਾ ਜਿਹੜੇ ਲੋਕ ਹੈਚਿੰਗ ਵਾਸਤੇ ਅੰਡਾ ਲਾਉਂਦੇ ਆ, 35 ਗ੍ਰਾਮ 40 ਗ੍ਰਾਮ, ਉਹ ਸੀ ਗ੍ਰੇਡ ਹੁੰਦਾ ਜੀ। ਆਂਡੇ ਦਾ ਸਾਈਜ਼ ਛੋਟਾ ਹੁੰਦਾ, ਆਂਡੇ ਦਾ ਸਾਈਜ਼ ਜੀ ਛੋਟਾ ਲਾਓਗੇ ਤੇ ਉਹ ਜੀ ਤੁਸੀਂ ਜਨਾਬ ਉਹ ਤੁਹਾਨੂੰ ਸੀ ਗ੍ਰੇਡ ਚੂਜ਼ਾ ਮਿਲੇਗਾ। ਇਹ ਪੋਲਟਰੀ ਫਾਰਮ ਦਾ ਵੀ ਜ਼ਬਾਨ ਹੈਗੀ ਜੀ, A ਗ੍ਰੇਡ, B ਗ੍ਰੇਡ ਤੇ C ਗ੍ਰੇਡ। ਅੱਛਾ, ਪੋਲਟਰੀ ਵਾਲੀ ਜ਼ਬਾਨ ਤੁਸੀਂ ਵਰਤਣ ਦੇ। ਆਂਡਾ ਹੁੰਦਾ ਉਹ ਵੀ ਇਹੀ ਨਸਲ ਜਿਹੜਾ A ਗ੍ਰੇਡ ਚੂਜ਼ਾ ਹੁੰਦਾ ਹੈ ਉਹ ਜਨਾਬ ਉਹ 60 ਗ੍ਰਾਮ ਦਾ ਆਂਡਾ ਲਾਇਆ ਜਾਂਦਾ ਹੈ। ਅੱਛਾ, ਠੀਕ ਹੋ ਗਿਆ। ਜਿਹੜਾ B ਗ੍ਰੇਡ ਆਂਡਾ ਹੁੰਦਾ ਹੈ ਉਹ 50 ਗ੍ਰਾਮ ਤੋਂ ਲੈ ਕੇ 45 ਹੁੰਦਾ ਹੈ। ਅੱਛਾ, ਔਰ ਜਿਹੜਾ C ਹੁੰਦਾ ਹੈ ਉਹ ਜਨਾਬ ਆਪਣਾ 35 ਤੋਂ ਲੈ ਕੇ 40 ਦਾ ਗ੍ਰਾਮ ਆਂਡਾ ਲੱਗਦਾ, ਔਰ ਉਹ ਬੱਚਾ ਜਿਹੜਾ ਬਹੁਤ ਵੀਕ ਨਿਕਲਦਾ। ਜਿਹੜਾ ਬੱਚਾ ਸੀ ਗ੍ਰੇਡ ਲੱਭ ਜਾਏ ਕਿਸੇ ਨੂੰ, ਹਾਂਜੀ, ਉਹਦਾ ਨੁਕਸਾਨ ਕੀ ਹੁੰਦਾ? ਉਹਦਾ ਨੁਕਸਾਨ ਹੈ ਜੀ ਉਹਦੀ ਬਚਨ ਦੀ ਬਹੁਤ ਘੱਟ ਜਿਹੜੀ ਆ ਉਹ ਸ਼ਰ੍ਹਾ ਹੁੰਦੀ ਹੈ। ਉਹ ਯਾਨੀ ਉਹ ਸ਼ਰ੍ਹਾ ਮਵਾਤ ਜ਼ਿਆਦਾ, ਸ਼ਰ੍ਹਾ ਮਵਾਤ ਜ਼ਿਆਦਾ ਹੈ, ਲੇਕਿਨ ਇਹਦੀ ਮੇਨ ਖਸੂਸੀਅਤ ਹੈ ਇਹਦੇ ਵਿੱਚ ਕੂਵਤੇ ਮੁਦਾਖਲਤ ਬਹੁਤ ਜ਼ਿਆਦਾ ਹੈ। ਅੱਛਾ ਜੀ, ਇਸ ਮੁਰਗੀ ਦੇ ਵਿੱਚ ਅੱਛਾ RIR ਔਰ ਬਲੈਕ ਐਸਟਰਲੌਕ, ਠੀਕ ਹੈ, ਬਹੁਤ ਢੀਠ ਜਾਨਵਰ ਹੈਗਾ। ਹਾਂਜੀ, ਇਹ ਛੇਤੀ ਕੀਤਿਆਂ ਜਾਂਦਾ ਨਹੀਂ ਹੈ, ਹਾਂਜੀ, ਠੀਕ ਹੈ, ਲੇਕਿਨ ਹੁਣ ਬੰਦੇ ਨੂੰ C ਗ੍ਰੇਡ ਹੀ ਚੂਜ਼ੇ ਮਿਲ ਗਏ ਤੇ ਉਹ ਫਿਰ ਬੰਦਾ ਅੱਲਾ ਵਾਰਿਸ ਫਿਰ ਤੇ ਉਹਦੀ ਹੋ ਗਈ। ਇਹ ਤੇ ਹੋ ਗਏ ਜੀ ਇਹ ਜਿਹੜੇ ਬਲੈਕ ਆਸਟਰੋਲੋਪ ਤੁਸੀਂ ਕਹੇ ਆ, ਹਾਂਜੀ। ਇਹ ਹੈਗਾ ਸਫੈਦ ਰੰਗ ਦੇ ਤੁਹਾਡੇ ਫਿਰਨ ਡੇ ਬੜੇ ਸਿਹਤਮੰਦ ਜੇ। ਇਹ ਕੀ ਨਸਲ ਆ? ਇਹ ਜੀ ਲਾਈਟ ਸੂਸੈਸ ਹੈ, ਲਾਈਟ ਸੂਸੈਸ। ਹਾਂਜੀ। ਮੈਂ ਸੋਚਿਆ ਜੀ ਲੋਕ ਬਲੈਕ ਐਸਟਰਲੌਪ ਤੇ RIR ਤੇ ਬਹੁਤ ਕੰਮ ਕਰ ਰਹੇ ਆ, ਹਾਂਜੀ, ਤੇ ਇਹ ਤੋਂ ਬਾਅਦ ਆਉਣ ਵਾਲੀ ਕਿਹੜੀਆਂ 2 ਨਸਲਾਂ ਹੈਗੀਆਂ? ਅੱਛਾ ਜੀ, ਇਹ ਉਹ ਆ। ਇਹ ਜੀ ਲਾਈਟ ਸੂਸਰ ਔਰ ਪਲੇ ਮਾਊਥ ਰੌਕ। ਅੱਛਾ ਜੀ, ਠੀਕ ਹੈ, ਪਲੇ ਮਾਊਥ ਰੌਕ ਮੇਰੇ ਪਾਸ ਅਭੀ ਨਹੀਂ ਹੈ, ਉਹ ਤਾਂ ਹਜੇ ਲਿਆਉਂਗੇ ਨਾ ਜੀ। ਇਹ ਜਿਹੜਾ ਤੁਸੀਂ ਦੱਸੋ ਕਿਹੜੀਆਂ ਕਿਹੜੀਆਂ ਕਿਸਮਾਂ ਜਿਹੜੀਆਂ ਹੈਗੀਆਂ ਆ ਕਮਰਸ਼ੀਅਲ ਬੁਨਿਆਦਾਂ ਦੇ ਉੱਤੇ ਰੱਖਣ ਵਾਲੀਆਂ? ਹਾਂਜੀ, ਕਮਰਸ਼ੀਅਲ ਇੱਕ ਬੁਨਿਆਦ ਤੇ ਤੇ ਜੀ ਬਲੈਕ ਆਸਟਰੋਲੂਪ ਕਹਤਾ, ਇੱਕ ਆ ਜਿਹੜਾ ਸੂਸੈਸ ਕੀ ਕਿਹਾ ਉਹ ਹਾਂਜੀ ਲਾਈਟ ਸੂਸੈਸ। ਲਾਈਟ ਸੂਸੈਸ, ਹੋਰ ਕਿਹੜੀ ਹੈ? ਹੋਰ ਜਨਾਬ RIR ਅमेरिकन ब्रीड है, रॉड आइसलैंड रेड। अच्छा जी, ठीक है हो गया। और प्ले माउथ रॉक फ्रांस की मुर्गी है जनाब। ਇਹਨਾਂ ਦੀਆਂ ਖਸੂਸੀਅਤ ਆਪਸ ਵਿੱਚ ਰਲਦੀਆਂ। ਇਹਨਾਂ ਦੀ ਆਪਸ ਵਿੱਚ ਰਲਦੀਆਂ। ਹਾਂਜੀ, ਕੂਬ ਤੇ ਮੁਦਾਫਤ ਰਲਦੀ ਹੈ। ਕੂਬ ਤੇ ਮੁਦਾਖਲਤ ਇੱਕੋ ਜੀ ਸਾਰਿਆਂ ਦੀ ਇਹਨਾਂ ਦੀ ਇੱਕੋ ਜਿਹੀ ਆ। ਢੀਠ ਹੈਗੇ, ਲੇਕਿਨ ਪਲੇ ਮਾਊਥ ਰੌਕ ਦਾ ਮੁਰਗੇ ਦਾ ਵਜ਼ਨ 10 ਤੋਂ 11 kg ਦਾ ਇੱਕ ਮੁਰਗਾ ਹੋ ਜਾਂਦਾ 1 ਸਾਲ ਦੇ ਵਿੱਚ। ਇੱਥੇ ਤੁਹਾਡੇ ਕੋਲ ਹੈਗਾ ਉਹ? ਨਹੀਂ ਸਰ, ਉਹ ਨਸਲ ਜਿਹੜੀ ਆ ਉਹ ਇੰਪੋਰਟ ਕਰਵਾ ਰਹੇ ਹਾਂ। ਅੱਛਾ, ਹਜੇ ਇੰਪੋਰਟ ਹੋਣੀ ਆ? ਹਾਂਜੀ, ਆਲਰੇਡੀ ਹੈ ਪਾਕਿਸਤਾਨ ਚ, ਜਿਨ੍ਹਾਂ ਕੋ ਹੈ ਉਹਨਾਂ ਕੋ ਲੋਕਲ ਹੋ ਗਈ ਬਰੀਡ। ਠੀਕ ਆ, ਉਹ ਮਤਲਬ ਵਿੱਚ ਮਿਕਸ ਹੋ ਗਈ ਆ। ਹਾਂਜੀ, ਚਲੋ ਯਾਰ, ਜਦੋਂ ਤੁਸੀਂ ਇੰਪੋਰਟ ਕਰਾਈ ਸਾਨੂੰ ਵੀ ਇੱਕ ਜੋੜਾ ਦਿਓ ਤਾਂ ਇਨਸ਼ਾਅੱਲਾ। ਬੱਕਰੇ ਜਿੰਨਾ ਵਜ਼ਨ ਦੱਸਣ ਡਏ ਤੁਸੀਂ ਦੇਖਾਂਗੇ। ਠੀਕ ਹੋ ਗਿਆ ਜੀ। ਤੇ ਹੁਣ ਤੁਸੀਂ ਇਹਨਾਂ ਦਾ ਦੱਸੋ ਜੀ ਵੀ ਕੀ ਇਹਨਾਂ ਦਾ ਤਰੀਕਾ ਜਿਹੜਾ ਹੈਗਾ ਆ ਪਾਲਣ ਦਾ? ਇੱਕ ਦਿਨ ਦਾ ਚੂਜ਼ਾ ਲੈਣ ਦਾ, ਉਸ ਤੋਂ ਬਾਅਦ ਕੀ ਕਰਨਾ? ਇਹਨੂੰ ਵੈਕਸੀਨ ਕਿਸ ਤਰ੍ਹਾਂ ਕਰਨੀ, ਇਹਨੂੰ ਖੁਰਾਕ ਕਿਸ ਤਰ੍ਹਾਂ ਦੇਣੀ ਹੈ, 6 ਮਹੀਨੇ ਕਿਸ ਤਰ੍ਹਾਂ ਰੱਖਣਾ, ਉਹ ਦੱਸ ਦਿਓ। ਠੀਕ ਹੋ ਗਿਆ ਜੀ। ਹਾਂਜੀ, ਫਸਟ ਆਫ ਆਲ ਜੀ, ਜਦੋਂ ਤੁਸੀਂ ਪਹਿਲੇ ਦਿਨ ਦਾ ਚੂਜ਼ਾ ਲੈਣ ਦਾ, ਹਾਂਜੀ, ਠੀਕ ਹੈ, ਇਹਨੂੰ 0 ਸਾਈਜ਼ ਫੀਡ ਦੇਣੀ ਹੈ ਜੀ। 0 ਸਾਈਜ਼ ਫੀਡ ਕੀ ਹੁੰਦੀ ਹੈ ਜੀ? ਬਾਅਦ ਲੋਕ ਜੀ ਉਹ ਕਣਕ ਬਾਜਰਾ ਪਾ ਜਾਂਦੇ, ਉਹ ਬੱਚੇ ਮਰ ਜਾਂਦੇ ਆ। ਹਾਂਜੀ, ਠੀਕ ਹੋ ਗਿਆ। ਤੁਸੀਂ ਜੀ ਦੁਕਾਨ ਤੇ ਜਾਣਾ ਫੀਡ ਵਾਲੀ ਤੇ, ਠੀਕ ਹੋ ਗਿਆ, ਉਹਨਾਂ ਨੂੰ ਕਹਿਣਾ ਜੀ 0 ਸਾਈਜ਼ ਫੀਡ ਦੇ ਦਿਓ, 0 ਨੰਬਰ ਦੀ ਫੀਡ। ਅੱਛਾ ਜੀ, ਇਹਨਾਂ ਦਾ ਫੀਡ ਲੈਣ ਦੀ ਦੁਕਾਨ ਤੋਂ ਕਿੰਨੇ ਨੰਬਰ ਲਿਆਣੀ ਹੈ? 0 ਨੰਬਰ ਫੀਡ ਜੀ। ਅੱਛਾ ਜੀ, ਇਹ ਜੀ ਤੁਸੀਂ 2 ਹਫ਼ਤੇ 0 ਨੰਬਰ ਫੀਡ ਪਾਣੀ ਹੈ। ਅੱਛਾ ਜੀ, ਉਸ ਤੋਂ ਬਾਅਦ ਜੀ ਤੁਸੀਂ 4 ਨੰਬਰ ਸਟਾਰਟਰ ਫੀਡ ਸਟਾਰਟ ਕਰ ਦੇਣੀ ਹੈ। ਅੱਛਾ ਜੀ, ਠੀਕ ਹੋ ਗਿਆ ਜੀ। 2 ਹਫ਼ਤੇ ਬਾਅਦ? 2 ਹਫ਼ਤੇ ਬਾਅਦ। ਅੱਛਾ ਔਰ ਜੀ, ਫਿਰ ਸਟਾਰਟਰ ਹੀ ਚੱਲਣੀ ਹੈ 6 ਮਹੀਨੇ? 6 ਮਹੀਨੇ ਤੱਕ ਜੀ। ਅੱਛਾ ਜੀ, ਮੁਰਗੀ ਜੀ ਜਦੋਂ ਤੱਕ ਆਂਡੇ ਤੇ ਨਹੀਂ ਆਂਦੀ
ਤੁਸੀਂ ਸਟਾਰਟਰ ਲਾਣੀ ਹੈ। ਅੱਛਾ ਜੀ, ਜਦੋਂ ਤੁਹਾਡੀ ਮੁਰਗੀ 4.5 ਮਹੀਨੇ ਦੀ ਹੋ ਗਈ ਤੁਸੀਂ 13 ਨੰਬਰ ਫੀਡ ਸਟਾਰਟ ਕਰ ਦੇਣੀ ਨੰਬਰ ਹੈ, ਕਰ ਉਹ ਐਗ ਵਾਲੀ ਹੋ ਜਾਂਦੀ ਹੈ। ਠੀਕ ਹੈ ਅਗਰ ਤੁਸੀਂ ਇਹਨੂੰ ਆਰਗੈਨਿਕ ਕਰਨਾ ਹੈ ਹਾਂਜੀ ਫਿਰ ਤੁਸੀਂ ਇਹਨੂੰ ਕਣਕ ਬਾਜਰਾ ਪਾ ਦਿਓ ਹਾਂਜੀ ਔਰ ਪਾਲਕ, ਜਾਂ ਤੁਸੀਂ ਕਿਸੇ ਲਾਉਣ ਤੇ ਛੱਡ ਦਿਓ, ਇਹਨੂੰ ਘਾਸ ਵਗੈਰਾ ਪਕਾਓ, ਠੀਕ ਹੈ। ਤੇ ਜਾਂ ਤੁਸੀਂ ਕੋਈ ਡੇਰਾ ਹਵੇਲੀ ਹੈ ਉੱਥੇ ਭੈਂਸਾਂ ਦਾ ਗੋਬਰ ਵਗੈਰਾ ਛੱਡੇ, ਇਹਨੂੰ ਫਿਰ ਆਰਗੈਨਿਕ ਕਰ ਲਓ। ਅੱਛਾ ਜੀ, ਠੀਕ ਹੈ, ਇਹ ਜੀ ਇਹਦੀ ਫੀਡ ਹੈ। ਇਹ ਫੀਡ ਹੋ ਗਈ। ਹਾਂਜੀ ਤੇ ਇਹਨੂੰ ਵੈਕਸੀਨ ਵਗੈਰਾ ਵੀ ਹੁੰਦੀ? ਹਾਂਜੀ, ਵੈਕਸੀਨ ਜੀ ਜਦੋਂ ਇਹ ਆਂਦਾ ਹੈ ਇਹਨੂੰ NDI ਲਸੋਟਾ ਔਰ NDB ਲਸੋਟਾ, ਹਾਂਜੀ 2 ਕਿਸਮ ਦੀ ਵੈਕਸੀਨ ਹੈ। ਹਾਂਜੀ ਤੁਸੀਂ ਚੂਜ਼ੇ ਨੂੰ ਪਹਿਲੇ ਫਲੈਸ਼ਿੰਗ ਕਰਨੀ ਹੈ। ਹਾਂਜੀ, ਫਲੈਸ਼ਿੰਗ ਜੀ, ਫਲੈਸ਼ਿੰਗ ਉਹ ਜਿਹਨੂੰ ਜਲਾਬ ਦੇਣਾ ਹਾਂਜੀ ਕਹਿੰਦੇ ਆ? ਜਲਾਬ ਦੇਣਾ ਜੀ। ਅੱਛਾ ਜੀ, ਉਸ ਤੋਂ ਬਾਅਦ ਇਹ ਜਲਾਬ ਦੇਣ ਤੋਂ 24 ਘੰਟੇ ਤੋਂ ਬਾਅਦ ਤੁਸੀਂ NDB ਲਸੋਟਾ, ਹਾਂਜੀ ਉਹ ਤੁਸੀਂ 4 ਘੰਟੇ ਦੀ ਪਿਆਸ ਦੇ ਕੇ ਇਹਨਾਂ ਨੂੰ ਰਾਤ ਦੇ ਟਾਈਮ 7 ਵਜੇ 8 ਵਜੇ, ਜੀ ਠੀਕ ਹੈ, ਤੁਸੀਂ 1 ਲੀਟਰ ਪਾਣੀ ਦੇ ਵਿੱਚ ਉਹ 100 ਚੂਜ਼ੇ ਦਾ NDI ਲਸੋਟਾ ਹੁੰਦਾ ਹੈ, ਉਹ ਤੁਸੀਂ ਪਾ ਦੇਣਾ। ਅੱਛਾ ਜੀ, ਉਸ ਤੋਂ ਬਾਅਦ ਜਨਾਬ ਤੁਸੀਂ ਐਂਗਰੋਫਲੋਕਸੀਨ ਇਹਦਾ ਸਿਰਪ ਹੁੰਦਾ, ਉਹ 1 ਲੀਟਰ ਪਾਣੀ ਦੇ ਵਿੱਚ 1 ml, ਅੱਛਾ ਜੀ, ਉਹ 1 ਤੁਸੀਂ- ਲੀਟਰ ਚ 1 ml। ਅੱਛਾ ਹਾਂਜੀ ਜੀ, ਤੁਸੀਂ ਮਹੀਨੇ ਦੇ ਵਿੱਚ 3 ਦਫਾ ਲਗਾਤਾਰ, ਯਾਨੀ ਕਿ 3 ਦਿਨ ਲਗਾਤਾਰ, ਉਹ ਹਾਂਜੀ ਜਦੋਂ ਪਾਣੀ ਪਾਣਾ 1 ਲੀਟਰ ਪਾਣੀ ਦੇ ਵਿੱਚ 1 cc ਐਂਗਰੋਫਲੋਕਸੀਨ ਪਾ ਦੇਣੀ। ਠੀਕ ਹੈ ਜੀ, ਠੀਕ ਹੋ ਗਿਆ। ਹਾਂਜੀ ਉਸ ਤੋਂ ਬਾਅਦ ਤੁਸੀਂ ਜਨਾਬ ਤੁਸੀਂ ਇਹ ਨਹੀਂ ਵੇਖਣਾ ਤੁਹਾਡਾ ਜਾਨਵਰ ਢਿੱਲਾ ਮੱਠਾ ਹੋਇਆ, ਬੁਖਾਰ ਚੜ ਗਿਆ, ਫਿਰ ਤੁਸੀਂ ਇਹਦੀ ਕੋਈ ਡੋਜ਼ ਦੇਣੀ ਹੈ। ਤੁਸੀਂ ਇੱਕ ਮੌਕਸਲ ਕੈਪਸੂਲ ਹੁੰਦੇ ਆ, ਜੀ, ਇਹ ਤੁਸੀਂ ਡਾਕਟਰ ਤੁਹਾਨੂੰ ਰੇਸ਼ੇ ਰੋਸ਼ੇ ਤੋਂ ਬੁਖਾਰ ਹਾਂਜੀ ਤੋਂ ਦਿੰਦੇ ਮੌਕਸਲ ਆ। ਹੁੰਦਾ ਜੀ, ਠੀਕ ਹੋ ਗਿਆ। ਉਹ ਇੱਕ 250 mg ਦਾ ਹੁੰਦਾ, ਹਾਂ, ਇੱਕ 500 ਦਾ mg ਹੁੰਦਾ। ਤੁਸੀਂ ਜੀ ਛੋਟੇ ਬੱਚਿਆਂ ਵਾਸਤੇ ਅਗਰ ਤੁਹਾਡੇ ਕੋਲ 100 ਬੱਚਾ ਹੈਗਾ ਤਾਂ ਤੁਸੀਂ 5 ਕੈਪਸੂਲ ਖੋਲ ਕੇ ਚੌਕਰ ਦੇ ਵਿੱਚ ਪਾ ਕੇ ਥੋੜਾ ਜਿਹਾ ਆਟਾ ਪਾ ਕੇ ਉਹ ਤੁਸੀਂ ਇਹਨਾਂ ਅੱਗੇ ਰੱਖ ਦੇਣਾ। ਅੱਛਾ ਜੀ, ਠੀਕ ਹੈ, ਉਹ ਮੌਕਸਲ ਕੈਪਸੂਲ ਤੁਸੀਂ ਹਫਤੇ 'ਚ ਇੱਕ ਵਾਰ ਦਿੰਦੇ ਰਹਿਣਾ। ਠੀਕ ਹੈ, ਠੀਕ ਹੈ। ਔਰ ਇਸ ਤੋਂ ਬਾਅਦ ਪੌਲ ਫੌਕਸ ਵੈਕਸੀਨ ਹੁੰਦੀ ਹੈ, ਇਹਨਾਂ ਦੇ ਪਰਾਂ ਦੇ ਵਿੱਚ ਸੂਈ ਲੈ ਕੇ ਚਬੋਈ ਜਾਂਦੀ ਹੈ। ਹਾਂਜੀ ਠੀਕ ਹੈ, ਠੀਕ ਹੈ। ਪੌਲ ਫੌਕਸ ਉਹ ਕਿੰਨੇ ਤੁਸੀਂ ਜਿਹੜੀ ਅਰਸੇ ਆ ਬਾਅਦ ਦੇਣੀ ਉਹ ਹੈ? 30 ਤੋਂ 35 ਦਿਨ ਦੇ ਬਾਅਦ ਤੁਸੀਂ ਦੇਣੀ, ਜਦੋਂ ਬੱਚਾ 30 ਤੋਂ 35 ਦਿਨ ਦਾ ਹੋ ਜੇ ਹਾਂਜੀ। ਤਾਂ ਪੌਲ ਫੌਕਸ ਵੈਕਸੀਨ ਕਰ ਦਿਓ। ਅੱਛਾ ਜੀ, ਠੀਕ ਹੈ, ਔਰ ਇਨਸ਼ਾਅੱਲਾ ਤੁਹਾਡੇ ਪੋਲਟਰੀ ਫਾਰਮ ਦੇ ਵਿੱਚ ਕੋਈ ਬਿਮਾਰੀ ਨਹੀਂ ਆਏਗੀ। ਇਹ ਤਾਂ ਤੁਸੀਂ ਜਿਹੜਾ ਤਰੀਕਾ ਦੱਸਿਆ ਨਾ 6 ਮਹੀਨੇ ਪਾਲ ਕੇ ਫਿਰ ਆਂਡੇ ਵੇਚਣ ਦਾ, ਹਾਂਜੀ ਕੁਝ ਲੋਕ ਇਸ ਤਰ੍ਹਾਂ ਕਰਦੇ ਕਿ ਬੱਚਾ ਲਿਆਂਦੇ ਆ, ਮਹੀਨਾ ਰੱਖ ਕੇ ਫਿਰ ਵੇਚ ਦਿੰਦੇ ਆ, ਬਿਲਕੁਲ ਜੀ। ਉਹਦਾ ਕੀ ਤਰੀਕੇਕਾਰ ਹੈ? ਉਹਨੇ ਜੀ 120 ਦਾ ਬੱਚਾ ਲਿਆਂਦਾ, 4 ਹਫ਼ਤੇ ਬਾਅਦ ਜੀ ਉਹ 500 ਦਾ ਇਹ ਮਾਰਕੀਟ ਸੇਲ ਹੋ ਰਿਹਾ। ਜੀ, ठीक है। 5 वीक का 6 वीक का बच्चा 500। ਇਹਦੀ ਮਾਰਕੀਟ ਕਿੱਥੇ ਹੈ? ਇਹਦੀ ਮਾਰਕੀਟ ਜਨਾਬ ਟਵਿੰਟਲ ਮਾਰਕੀਟ ਦੀ ਮਾਰਕੀਟ ਨਹੀਂ, ਹਾਂਜੀ। ਇਹਦੀ ਇੰਟਰਨੈਟ ਸੋਸ਼ਲ ਮੀਡੀਆ ਦੀ ਮਾਰਕੀਟ ਹੈ। ਅੱਛਾ, ਇਹ ਸੋਸ਼ਲ ਮੀਡੀਆ ਤੇ ਵਿਕਦਾ ਹੈ, ਟੁਲਟਨ ਮਾਰਕੀਟ ਤੇ ਨਹੀਂ ਵਿਕਦਾ? ਹਾਂਜੀ, ਨਹੀਂ ਵਿਕਦਾ। ਠੀਕ ਹੈ, ਟੁਲਟਨ ਮਾਰਕੀਟ ਵਾਲਿਆਂ ਨੇ ਤਾਂ ਉਹ ਵੇਚਣਾ ਨਾ ਜਿੱਥੇ ਉਹ ਕਾਸ਼ਤਕਾਰ ਨੂੰ ਜਾਂ ਫਾਰਮਰ ਨੂੰ ਛੁਰਾ ਫੇਰ ਜਿੱਥੇ ਸਕਣ। ਛੁਰਾ ਫਿਰੇ ਜੀ। ਹਾਂਜੀ, ਤੇ ਠੀਕ ਇਹ ਹੈ। ਵਿਕਦਾ ਹੈ? ਇਹ ਜੀ ਮੇਰੇ ਕੋ 5000 ਦੀ ਡਿਮਾਂਡ ਹੈ, 2.5 ਮਹੀਨੇ ਦੀ, ਮੈਨੂੰ ਲੱਭਣ ਨਹੀਂ ਦਿਆ। ਅੱਛਾ, ਤੇ ਯਾਨੀ ਅਗਰ ਚੂਜ਼ਾ ਵੇਚਣਾ ਚਾਹੋ ਉਹ ਵੀ, ਤੇ ਇਹਦਾ ਆਂਡਾ ਵੀ ਵਿਕ ਜਾਂਦਾ? ਆਂਡਾ ਜੀ 70 ਰੁਪਏ ਦਾ ਸੇਲ ਹੁੰਦਾ। ਠੀਕ ਹੈ। ਇਹਦਾ ਜਿਹੜਾ ਖੁਰਾਕ ਦਾ ਖਰਚਾ ਆਮ ਲੇਅਰ ਨਾਲੋਂ ਜ਼ਿਆਦਾ ਆ, ਬਰਾਬਰ ਆ, ਥੋੜਾ ਆ? ਸਰ ਦੇਸੀ ਨੂੰ ਵੀ ਬਹੁਤ ਥੋੜਾ, ਤੁਸੀਂ ਜਿੰਨੀ ਦੇਸੀ ਨੂੰ ਪਾਉਣੀ ਇਹਨੂੰ ਪਾ ਕੇ ਵੇਖੋ, ਇਹਦਾ ਵਜ਼ਨ ਐਕਸੀਡ ਹੋ ਜਾਏਗਾ। ਯਾਨੀ ਦੇਸੀ ਮੁਰਗੀਆਂ ਦੀ ਜਗ੍ਹਾ ਤੇ ਇਹ ਰੱਖ ਲਈਆਂ ਜਾਣ, ਦੇਸੀ ਤਰੀਕੇ ਨਾਲ ਵੀ ਰਹਿ ਜਾਂਦੀਆਂ? ਸਰ ਗੋਲਡਨ ਮਿਸਰੀ ਤੁਹਾਨੂੰ ਸਾਲ 'ਚ 200 ਤੋਂ ਲੈ ਕੇ 220 ਅੰਡੇ ਦਿੰਦੀ ਹੈ, ਜੀ, ਔਰ ਇਹ ਤੁਹਾਨੂੰ 320 ਅੰਡੇ ਦਿੰਦੀ ਹੈ। ਉਨੀ ਖੁਰਾਕ ਦੀ। ਤੁਸੀਂ ਆ ਛੋਟੇ ਜਿਹੇ ਡਰਵਾ ਜਿਹਦੇ ਸਾਹਮਣੇ ਬੈਠੇ ਆ, ਇਹਦੇ ਚ ਕਿੰਨੇ ਰੱਖੇ ਆ? ਇਹਦੇ ਵਿੱਚ ਜੀ ਇੱਕ 100 ਰੱਖਿਆ, ਇਹਦੇ ਵਿੱਚ 100 ਹੋਰ ਆ ਰਿਹਾ ਇਹਨੇ ਉਹ ਉਹਦੇ ਲਈ ਅਲੱਗਾ ਡਰਵਾ ਜਾਂ ਇਹਦੇ ਵਿੱਚ ਹੀ? ਇਹਦੇ ਵਿੱਚ ਜੀ। ਇਹਦਾ ਡਰਵੇ ਦਾ ਕੀ ਹੈ ਸਾਈਜ਼? ਇਹ ਜੀ 10 ਬਾਈ 5 ਦਾ। 10 ਬਾਈ 5 ਦਾ। ਇਹਦੇ ਵਿੱਚ ਇਹਨਾਂ ਨੇ 200 ਰੱਖਣਾ, ਕਿੰਨੇ ਦਿਨ? ਇਹ ਜੀ ਸਿਰਫ 1 ਮਹੀਨਾ ਰੱਖਣਾ। ਇਹਨਾਂ ਦੀ ਲਿਆਂਦਿਆਂ ਤੁਸੀਂ ਅੱਗੇ ਦੱਸਣ ਡਏ ਸੀ ਕਿ ਮੈਂ ਇਹਦੇ ਵਿੱਚ ਹੀ ਰਾਤ ਗੁਜ਼ਾਰਦਾ, ਉਹ ਕਿਸ ਤਰ੍ਹਾਂ ਗੁਜ਼ਾਰਦੇ? ਜਦੋਂ ਜੀ ਡੇ ਆਊਟ ਦਾ ਚੂਜ਼ਾ ਆਣਾ, ਉਹਨੂੰ ਤੁਸੀਂ 3 ਤੋਂ 4 ਦਿਨ ਇਹਨੂੰ ਬਲਬ ਤੁਸੀਂ ਵਿੱਚ ਲੱਗਾ ਮੇਰਾ, ਹਾਂਜੀ, ਠੀਕ ਹੈ, ਇਹਨੂੰ ਰਾਤ ਤੁਸੀਂ ਸ਼ਾਮ ਤੋਂ ਪਹਿਲੇ ਬਲਬ ਜਗਾ ਦੇਣਾ। ਇਹ ਬਲਬ ਤੋਂ ਬਗੈਰ ਨਹੀਂ ਰਹਿਣਾ 1 ਹਫ਼ਤਾ ਇਹਨਾਂ ਨੇ। ਅੱਛਾ ਜੀ, ਠੀਕ ਹੈ, ਇਹਨਾਂ ਨੂੰ ਰਾਤ ਜਗਾਉਣਾ ਹੈ। ਅੱਛਾ ਜੀ, ਇਹ ਜਿਹੜੀ ਕੀਮਤ ਇਹਦੀ ਸਿਰਫ ਰਾਤ ਜਗਾਉਣ ਦੀ ਹੈ। ਅੱਛਾ ਜੀ, ਇਹ ਜਦੋਂ ਬਰੂਡਿੰਗ ਨਹੀਂ ਕਰ ਦਿੰਦਾ, ਇਹਦੇ ਵਿੱਚ ਇੱਕ ਬਿੱਠ ਹੁੰਦੀ ਹੈ ਖੂਨੀ, ਉਹ ਇਹਨੇ ਜਦੋਂ 3-4 ਦਿਨ ਬਾਅਦ ਕਰ ਦੇਣੀ ਹੈ, ਫਿਰ ਕੋਈ ਮਸਲਾ ਨਹੀਂ। ਹਾਂਜੀ, ਠੀਕ ਹੈ। ਅਗਰ ਲੋਕ ਫਲੈਸ਼ਿੰਗ ਜਲਦੀ ਜਲਾਬ ਲਵਾ ਦੇਣ ਇਹਨੂੰ, ਹਾਂ, ਤੇ ਫਿਰ ਉਹ 2 ਦਿਨਾਂ ਬਾਅਦ ਈਜ਼ੀ ਲੈ ਕੇ ਸੌਂ ਸਕਦੇ ਬੰਦੇ। ਅੱਛਾ, ਯਾਨੀ ਇਹਨੂੰ ਸੌਣ ਨਹੀਂ ਦੇਣਾ ਜਿੰਨੀ ਦੇਰ ਉਹ ਇਹਨੂੰ ਜੁਲਾਬ ਨਹੀਂ ਦੇ ਲੈਣਾ? ਹਾਂਜੀ, ਜਲਾਬ ਨਹੀਂ ਦੇ ਦੇਣਾ। ਠੀਕ ਹੈ ਜੀ। ਜੀ ਮੁਸਤਫਾ ਅਲਵੀ ਸਾਹਿਬ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਜੀ। ਮਾਲਕ ਤੁਹਾਨੂੰ ਸਲਾਮਤ ਰੱਖੇ, ਤੁਹਾਡੇ ਕਾਰੋਬਾਰ 'ਚ ਬਰਕਤ ਦੇ। ਤੁਸੀਂ ਬਹੁਤ ਅੱਛੀਆਂ ਗੱਲਾਂ ਦੱਸੀਆਂ, ਔਰ ਉਮੀਦ ਆ ਅਗਰ ਫਾਰਮਰ ਹਜ਼ਰਾਤ ਤੁਹਾਡੇ ਨਾਲ ਰਾਬਤਾ ਕਰਨ, ਤੁਸੀਂ ਆਪਣੇ ਚੈਨਲ ਦੇ ਜ਼ਰੀਏ ਵੀ ਬਹੁਤ ਕੁਝ ਦੱਸਦੇ ਆ। ਉਹ ਮੈਨੂੰ ਇਹ ਤਾਰੀਫ ਕਰਨ ਦੀ ਲੋੜ ਹੀ ਨਹੀਂ ਹੈਗੀ, ਤਾਰੀਫ ਅੱਲਾ ਦੀ ਹੈ। ਅੱਛਾ ਮੁੰਡਾ ਹੈ ਇਹ, ਤੇ ਉਮੀਦ ਆ ਤੁਸੀਂ ਕੋਈ ਅਲਾਂਭਾ ਨਹੀਂ ਦਿਓਗੇ। ਮੈਂ ਜੀ ਜਾਂਦੇ ਜਾਂਦਾ ਆਪਣੇ तमाम ਦੋਸਤਾਂ ਨੂੰ, ਕਿਸਾਨ ਦੋਸਤਾਂ ਨੂੰ ਇੱਕ ਪੈਗਾਮ ਮੇਰੇ ਵੱਲੋਂ। ਹਾਂਜੀ, ਮੈਂ ਇਮਰਾਨ ਖਾਨ ਦੀ ਤਕਰੀਰ ਪੋਲੀਟੀਕਲ ਅੰਦਾਜ਼ ਨਾਲ ਨਹੀਂ, ਉਹਨਾਂ ਜਦੋਂ ਸਪੀਚ ਸੁਣੀ ਤੇ ਮੈਂ ਕਿਹਾ ਕੋਈ ਮੈਂ ਵੀ ਮੁਰਗੀਆਂ ਰੱਖਾਂ। ਮੈਂ ਜੀ ਰੁਪਈਆ 4000 ਦੀਆਂ ਮੁਰਗੀਆਂ ਲਿਆਂਦੀਆਂ, ਅੱਛਾ ਚੂਜ਼ੇ, ਅੱਛਾ, 1 ਮਹੀਨਾ ਰੱਖੇ ਤੇ 20000 ਦੇ ਵੇਚਤੇ। ਵਾਹ ਜੀ, ਉੱਥੋਂ ਮੈਨੂੰ ਸਵਾਦ ਪਿਆ। ਵਾਹ ਉਸ ਤੋਂ ਬਾਅਦ ਮੈਂ 100 ਲਿਆਂਦਾ, ਠੀਕ ਹੈ, 50000 ਦਾ ਵੇਚਤਾ 1 ਮਹੀਨੇ ਬਾਅਦ। ਠੀਕ, ਇਹ ਜੀ ਇਹਦਾ ਮੁਨਾਫਾ। ਆਹੋ। ਠੀਕ ਹੈ। ਔਰ ਮੈਂ ਉਹਨਾਂ तमाम ਦੋਸਤਾਂ ਨੂੰ, ਕਿਸਾਨਾਂ ਨੂੰ ਇਹ ਕਹਾਂਗਾ ਕਿ ਇਹ ਰੱਖ ਕੇ ਵੇਖੋ, 1 ਮਹੀਨੇ ਰੱਖ ਕੇ ਵੇਖੋ, ਨਾ ਸਵਾਦ ਆਵੇ ਤਾਂ ਫਿਰ ਦੱਸਿਓ। क्या बात है जी। हम
ਇਹ ਆਵਾਨ ਸਾਹਿਬ ਵੀ ਜਿਹੜੇ, ਅਲਵੀ ਸਾਹਿਬ ਜਿਹੜੇ ਵੀ ਜੂਥੀਏ ਨਿਕਲੇ। ਚਲੋ ਜੀ ਠੀਕ ਹੈ, ਪਸੰਦ ਆਪਣੀ ਆਪਣੀ। ਪਾਕਿਸਤਾਨ ਜ਼ਿੰਦਾਬਾਦ।